ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਹੋ? ਹਾਂ ਜੀ, ਹਾਂ ਜੀ। ਜਿਹੜੀ ਬਰਾਕ ਓਬਾਮਾ ਉਹਨਾਂ ਦਾ ਬਿਆਨ ਸੀ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਮਰੀਕਾ ਆਏ ਸਨ, ਓਬਾਮਾ ਦੀ ਜਿਹੜੀ ਬਿਆਨ ਨੂੰ ਲੈ ਕੇ ਕਾਫੀ ਰਾਜਨੀਤੀ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਵਰਲਡ ਵਾਈਡ ਜਿਹੜੀ ਚਰਚਾ ਦੇ ਵਿੱਚ ਰਹੀ। ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਸਾਡਾ ਭਾਰਤੀ ਮੀਡੀਆ ਵੀ ਇਹਨੂੰ ਲੈ ਕੇ ਕਾਫੀ ਗੱਲਬਾਤ ਕਰ ਚੁੱਕਾ ਹੈ। ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦਾ ਕਿ ਓਬਾਮਾ ਦੀ ਇੰਡੀਆ ਵਿੱਚ ਜੰਮ ਕੇ ਆਲੋਚਨਾ ਜਿਹੜੀ ਹੋ ਰਹੀ ਹੈ, ਹੁਣ ਖਬਰ ਮੈਂ ਸਾਂਝੀ ਕਰ ਚੁੱਕਾ, ਵੈਸੇ ਮੂਰ ਨੇ ਵੀ ਲਤਾੜਿਆ ਉਸ ਨੂੰ ਕਿ ਅਮਰੀਕਾ ਆਪਣੇ ਪੀੜੀ ਥੱਲੇ ਸੋਟਾ ਫੇਰੇ। ਕੁਝ ਕਹਿਣ ਨੂੰ ਤਾਂ ਇੱਦਾਂ ਹੀ ਕਿਹਾ ਜਾ ਸਕਦਾ, ਜਿਹੜੀ ਲਫ਼ਜ਼ ਉਹਨਾਂ ਨੇ ਵਰਤੇ ਨੇ ਆਪਾਂ ਪੰਜਾਬੀ 'ਚ ਜੇਕਰ ਉਹਦਾ ਲੱਥਾ ਕਰੀਏ ਕਿ ਉੱਥੇ ਵੀ ਤਾਂ ਜਿਹੜੀ ਘੱਟ ਗਿਣਤੀਆਂ ਬਾਰੇ ਉਹਦਾ ਵੀ ਖਿਆਲ ਕੀਤਾ ਜਾਣਾ ਚਾਹੀਦਾ। ਉਹਦੇ ਬਾਰੇ ਕੀ ਸੋਚਦੇ ਨੇ, ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਦੇਖੋ ਗੱਲ ਇਹ ਹੈ ਕਿ US ਦਾ ਵੈਸੇ ਤਾਂ ਹੁਣ ਦੇਖੋ ਦੋਵਾਂ ਦੇਸ਼ਾਂ ਦੇ ਹਾਲਾਤ ਕੁਝ ਐਸੇ ਆ ਕਿ ਪਰਦੇ ਕੱਜੇ ਹੀ ਇਹਨਾਂ ਦੇ ਠੀਕ ਆ। ਜਦੋਂ ਪਰਦੇ ਚੁੱਕੇ ਜਾਂਦੇ ਆ ਤਾਂ ਦੋਨਾਂ ਦੇਸ਼ਾਂ ਦੇ ਵਿੱਚੋਂ ਬਹੁਤ ਕੁਝ ਨਿਕਲਦਾ। ਓਬਾਮਾ ਲਈ ਜਿਹੜੀ ਗੱਲ ਉਹਦੇ ਉਲਟ ਜਾਂਦੀ ਹੈ ਕਿ ਜਿਸ ਤਰ੍ਹਾਂ ਉਸਨੇ ਗੱਲ ਕਹੀ, ਵੈਸੇ ਤਾਂ ਦੇਖੋ ਇਹਨਾਂ ਗੱਲਾਂ ਦੀ ਨਾ ਮੈਨੂੰ ਲੱਗਦਾ ਕਿ ਕੋਈ ਉਹ ਨਹੀਂ ਹੁੰਦੀ ਕਿ ਤੁਸੀਂ ਬਹੁਤ ਜ਼ਿਆਦਾ ਲਾ ਲਵੋ, ਪਰ ਕਿਉਂਕਿ ਕੌਮਾਂਤਰੀ ਕੂਟਨੀਤੀ ਦੇ ਵਿੱਚ ਇਸ ਤਰ੍ਹਾਂ ਦੀ ਸ਼ਖਸੀਅਤ ਦਾ ਬਿਆਨ ਜਿਹੜਾ ਹੁੰਦਾ ਉਹ ਫਿਰ ਲਾਈਟਲੀ ਲਿਆ ਨਹੀਂ ਜਾ ਸਕਦਾ, ਉਹਨੂੰ ਰਿਸਪੌਂਸ ਜ਼ਰੂਰੀ ਹੁੰਦਾ। ਕਈ ਵਾਰ ਤਾਂ ਨਿਰਮਲਾ ਸੀਤਾਰਮਨ ਰਿਸਪੌਂਡ ਕਰ ਰਹੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਕੋਈ ਡਿਫੈਂਸ ਮਿਨਿਸਟਰ ਨਹੀਂ ਹੈ, ਕੋਈ ਫੋਰਨ ਮਿਨਿਸਟਰ ਨਹੀਂ ਹੈ, ਕੋਈ ਹੋਮ ਮਿਨਿਸਟਰ ਨਹੀਂ ਹੈ, ਉਹ ਮਾਲੀਆ ਦੇ ਵਜ਼ੀਰ ਨੇ, ਵਜ਼ੀਰੇ ਮਾਲੀਆ ਕਹਿ ਲਓ, ਵਜ਼ੀਰੇ ਖਜ਼ਾਨਾ ਕਹਿ ਲਓ, ਤਾਂ ਉਹ ਰਿਸਪੌਂਡ ਕਰ ਰਹੇ ਨੇ। ਤਾਂ ਉਹਨਾਂ ਨੇ ਜਿਸ ਤਰ੍ਹਾਂ ਗੱਲ ਕਹੀ ਕਿ ਦੇਖੋ ਵੈਸੇ ਤਾਂ ਓਬਾਮਾ ਦੀ ਇੱਕ ਕਾਰਜਕਾਲ ਦੀ ਇੱਕ ਚੀਜ਼ ਜਿਹੜੀ ਹੈ ਉਹ ਬੜੀ ਵੱਖਰੀ ਸੀਗੀ ਕਿ ਇਹਨੂੰ ਪਹਿਲਾਂ ਉਹ ਦਿੱਤਾ ਗਿਆ ਸੀ ਗਲੋਬਲ ਪੀਸ ਅਵਾਰਡ, ਪਰ ਬਾਅਦ ਦੇ ਵਿੱਚ ਓਬਾਮਾ ਸਾਹਿਬ ਫਿਰ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਪੀਸ ਦੇ ਨਾਮ ਤੇ ਪੀਸ ਕੇ ਦੂਜਿਆਂ ਦਾ ਚੂਰਮਾ ਬਣਾ ਰਹੇ ਸਨ। ਤਾਂ ਉਹ ਫਿਰ ਉਹਨਾਂ ਨੇ ਸੀਰੀਆ, ਯਮਨ ਸਾਰੇ ਮੁਲਕ ਗਿਣਾ ਦਿੱਤੇ ਕਿ ਮੁਸਲਿਮ ਮੈਜੋਰਟੀ ਵਾਲੇ ਮੁਲਕਾਂ ਤੇ ਜਦੋਂ ਤੁਸੀਂ ਇੰਨੇ ਹਜ਼ਾਰ ਬੰਬ ਸੁੱਟੇ, ਇੱਥੋਂ ਤੱਕ ਸਾਡਾ ਮੀਡੀਆ ਤਾਂ ਫਿਰ ਕੱਢ ਲਿਆਉਂਦਾ, ਤੁਹਾਨੂੰ ਪਤਾ ਹੀ ਹੈ ਉਹ ਕਿ ਜਿਹੜਾ ਅਫਗਾਨਿਸਤਾਨ ਦਾ ਵਾਰ ਜ਼ੋਨ ਸੀਗਾ, ਤੁਸੀਂ ਉਹਦੇ ਤੋਂ ਬਾਹਰ ਵੀ ਜਾ ਕੇ ਬੰਬ ਸੁੱਟੇ, ਮਤਲਬ ਕਿ ਸਿਵਿਲੀਅਨ ਤੇ ਸੁੱਟੇ, ਤਾਂ ਉਹ ਕੀ ਸੀਗਾ? ਇਹ ਤੁਹਾਡੀ ਹਿਪੋਕ੍ਰੇਸੀ ਆ, ਤੁਹਾਡਾ ਦੋਗਲਾਪਨ ਆ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਪੂਰੀ ਵੱਡੀ ਬਹਿਸ ਛਿੜ ਗਈ। ਦਰਅਸਲ ਕੀ ਹੈ ਕਿ US ਦੇ ਵਿੱਚ ਵੀ ਬਥੇਰੀਆਂ ਰਿਪੋਰਟਾਂ ਪਈਆਂ ਨੇ ਇੰਡੀਆ ਨੂੰ ਲੈ ਕੇ, ਪਰ ਗੱਲ ਅੱਜ ਲੋੜ ਦੀ ਹੈ, ਗੱਲ ਅੱਜ ਬਾਜ਼ਾਰ ਦੀ ਹੈ, ਗੱਲ ਅੱਜ ਵਪਾਰ ਦੀ ਹੈ, ਗੱਲ ਅੱਜ ਚਾਈਨਾ ਨੂੰ ਕਾਊਂਟਰ ਕਰਨ ਦੀ ਹੈ। ਅੱਜ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਿੱਛੇ ਹੋ ਗਈਆਂ ਨੇ। ਵੈਸੇ ਤਾਂ ਜੇ ਤੁਸੀਂ ਦੇਖੋਗੇ ਜਦੋਂ ਮੋਦੀ ਸਾਹਿਬ ਉੱਥੇ ਗਏ ਨੇ ਤਾਂ ਇਹਨਾਂ ਦੇ ਦੋ ਜਿਹੜੇ ਸੀਗੇ ਸ਼ਾਇਦ ਕਾਂਗਰਸ ਦੇ ਮੈਂਬਰ ਸੀਗੇ, ਉਹ ਜੁਆਇੰਟ ਜਿਹੜਾ ਸੈਸ਼ਨ ਸੀ ਉਹਨੂੰ ਛੱਡ ਗਏ ਸੀਗੇ ਮੋਦੀ ਸਾਹਿਬ ਦੀ ਮੁਖਾਲਫਤ ਦੇ ਵਿੱਚ। 70 ਹੋਰ ਕਿ 75 ਸੀਗੇ ਜਿਨ੍ਹਾਂ ਨੇ ਲੈਟਰ ਲਿਖਿਆ ਸੀਗਾ ਕਿ ਬਾਈਡਨ ਨੂੰ ਇਹ ਪ੍ਰੈਸ਼ਰ ਕਰਨੇ ਚਾਹੀਦੇ ਨੇ ਨਰਿੰਦਰ ਮੋਦੀ ਸਾਹਿਬ ਨੂੰ। ਤਾਂ ਮਤਲਬ ਕਿ ਇਹ ਸਾਰਾ ਕੁਝ ਨਾਲੋਂ ਨਾਲ ਹੀ ਚੱਲਿਆ ਕਿ ਇੱਕ ਪਾਸੇ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਰਿਐਲਿਟੀ ਦੇ ਵਿੱਚ ਹੈਗੀਆਂ ਵੀ ਆ। ਤੁਹਾਨੂੰ ਆਪਣੇ ਇੱਥੋਂ ਦੇ ਲੀਡਰਾਂ ਨੂੰ ਵੀ ਤਾਂ ਤਾਕੀਦ ਕਰਨੀ ਚਾਹੀਦੀ ਹੈ ਨਾ, ਜਿਹੜੇ ਇਸ ਪਾੜੇ ਨੂੰ, ਇਸ ਪਾਟਕ ਨੂੰ ਹੋਰ ਵਧਾਉਂਦੇ ਆ। ਤੁਸੀਂ ਉਹਨਾਂ ਨੂੰ ਕਦੇ ਨਹੀਂ ਰੋਕਦੇ, ਉਹ ਤੁਹਾਨੂੰ ਚੇਪਣੇ ਚਾਹੀਦੇ ਆ ਕਿ ਉਹ ਚੇਪ ਕਰਨ ਤੁਹਾਡੀ। ਤੇ ਦੂਜੇ ਪਾਸੇ ਜਿਹੜੀ ਰਿਐਲਿਟੀ ਹੁਣ ਓਬਾਮਾ ਵੇਲੇ ਦੀ ਆ ਉਹ ਵੀ ਔਨ ਰਿਕਾਰਡ ਆ। ਤੇ ਇਸ ਵੇਲੇ ਜਿਹੜੀਆਂ ਸਾਰੀਆਂ ਚੀਜ਼ਾਂ ਦਰਕਿਨਾਰ ਕਰਕੇ ਅੱਗੇ ਵਧਿਆ ਜਾ ਰਿਹਾ। ਬਾਈਡਨ ਸਾਹਿਬ ਕਹਿ ਰਹੇ ਆ ਕਿ ਭਾਰਤ ਨਾਲ ਰਿਸ਼ਤਾ ਇਤਿਹਾਸਕ ਹੈ ਤੇ ਖਾਸ ਆ, ਉਹ ਵੀ ਇੱਕ ਲੋੜ ਹੈ। ਹਾਂ ਬਿਲਕੁਲ, ਸਾਰੀਆਂ ਚੀਜ਼ਾਂ ਨਾਲੋਂ ਨਾਲ ਹੀ ਨੇ ਜੀ, ਸਾਰੀਆਂ ਚੀਜ਼ਾਂ ਨਾਲੋਂ ਨਾਲ ਹੀ ਚੱਲਦੀਆਂ ਹੁੰਦੀਆਂ। ਇਹ ਕੌਮਾਂਤਰੀ ਕੂਟਨੀਤੀ ਦੇ ਵਿੱਚ ਵੈਸੇ ਜੋ ਮਰਜ਼ੀ ਹੈ ਭਾਜਪਾ ਰਾਜ ਕਰ ਰਹੀ ਹੈ, ਜੋ ਮਰਜ਼ੀ ਹੈ, ਪਰ ਦੇਸ਼ ਦਾ ਤਸਵੀਰ ਜੇਕਰ ਹੁਣ ਤੁਸੀਂ ਦੇਖੋ ਅੱਜ ਤੋਂ 10-15 ਸਾਲ ਪਹਿਲਾਂ ਦੀ, ਸਮੇਂ ਦੇ ਨਾਲ ਹਰ ਦੇਸ਼ ਤਰੱਕੀ ਕਰਦਾ। ਹਾਂਜੀ, ਸਮੇਂ ਦੇ ਨਾਲ ਤਰੱਕੀ ਉਹਦਾ ਕੁਦਰਤੀ ਕੁਝ ਇੱਕ ਵਹਾਅ ਹੁੰਦਾ, ਤਰੱਕੀ ਹੋਣੀ ਆ। ਹੁਣ ਜੇਕਰ ਵੇਖਿਆ ਜਾਵੇ ਤਾਂ ਬਹੁਤ ਵੱਡੀ ਤਾਦਾਦ ਵਿੱਚ ਭਾਰਤ ਨੇ ਤਰੱਕੀ ਦੀਆਂ
ਜਿਹੜੀਆਂ ਨੇ ਉਹ ਪਲਾਂਘਾਂ ਨੂੰ ਪੁੱਟਿਆ, ਕੋਈ ਦੋ ਰਾਵਾ ਨਹੀਂ। ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਇੰਡੀਆ, ਮੈਂ ਕਹਾਂਗਾ ਕਿ ਤੁਸੀਂ ਜਾ ਕੇ, ਜਿਹੜਾ 10 ਸਾਲ ਪਹਿਲਾਂ ਜਾ ਕੇ ਆਇਆ ਕਿਤੇ ਇੰਡੀਆ, ਉਹ ਅੱਜ ਕਹੇਗਾ ਕਿ ਉਹਨੂੰ ਟੋਟਲੀ ਜਾ ਕੇ ਹੁਣ ਵੇਖੇਗਾ ਡਿਫਰੈਂਟ ਲੱਗੇਗਾ। ਟੈਕਨੀਕਲੀ ਤੌਰ ਤੇ ਅਸੀਂ ਇੱਥੇ ਅਜੇ ਤੱਕ ਮਤਲਬ ਉੱਥੇ ਤੁਸੀਂ ਦੇਖੋ, ਤੁਸੀਂ ਮਤਲਬ ਸਬਜ਼ੀ ਵੇਚਣ ਵਾਲਾ ਵੀ ਆਉਂਦਾ, ਤੁਸੀਂ ਉਹਨੂੰ ਪੇਟੀਐਮ ਤੋਂ ਪੈਸੇ ਪੇ ਕਰਦੇ ਹੋ। ਈਵਨ ਦੋ ਕੋਈ ਛੋਟੀ ਜਿਹੀ ਚੀਜ਼ ਵੀ ਲੈਂਦੇ, ਮੈਂ ਵੇਖਿਆ ਹਰ ਬੰਦਾ ਜਿਹੜਾ ਵਾ ਜੀ ਉਹ ਉੱਥੇ ਇੱਕ ਸਾਈਨ ਜਿਹਾ ਲੱਗਾ, ਉਹ ਜਿਹੜਾ ਬਾਰਕੋਡ ਜਿਹਾ ਉੱਥੇ ਪੇ ਕਰਕੇ ਤੇ ਗਾਂਹ ਜਾਂਦਾ। ਇਹ ਤਰੱਕੀ ਦੀਆਂ ਨਿਸ਼ਾਨੀਆਂ ਹੀ ਨੇ ਕਿ ਜਿਹੜੇ ਬੰਦੇ ਮਤਲਬ ਕੱਲ੍ਹ ਤੱਕ ਅਸੀਂ ਪਿਛੜੇ ਹੋਏ ਕਹਿ ਲਈਏ ਕਿ ਪਿੰਡਾਂ ਦੇ ਵਿੱਚ ਵੀ ਮੈਂ ਵੇਖਿਆ ਕਿ ਉੱਥੇ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਅਤੇ ਉਹਦੀ ਵਰਤੋਂ ਕੀਤੀ ਜਾਂਦੀ ਹੈ ਪੇਟੀਐਮ ਦੀ, ਭਾਵਾਂ ਕਿ ਉਹਦਾ ਚਾਰਜ ਹੈ ਜਾਂ ਨਹੀਂ ਹੈ ਗੱਲ ਵੱਖਰੀ ਹੈ, ਪਰ ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦੇ ਰਿਹਾ। ਹੋਰ ਵੀ ਜੇਕਰ ਤੁਸੀਂ IT ਖੇਤਰ ਦੇ ਵਿੱਚ ਵੇਖੋ ਜਾਂ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਵੇਖੋ, ਬਹੁਤ ਵੱਡੀਆਂ ਪਲਾਂਘਾਂ ਪੁੱਟੀਆਂ ਨੇ। ਛੋਟੀ ਜਿਹੀ ਗੱਲ ਨਹੀਂ ਹੁੰਦੀ ਕਿਸੇ ਵੀ ਦੇਸ਼ ਨੂੰ। ਹਾਂ, ਦੇਸ਼ ਦੇ ਲੀਡਰਾਂ ਨੂੰ ਕ੍ਰਿਟੀਸਾਈਜ਼ ਕਰਨਾ ਦੈਟਸ ਅ ਡਿਫਰੈਂਟ ਸਟੋਰੀ। ਆਲ ਓਵਰ ਜੇਕਰ ਤੁਸੀਂ ਵੇਖੋ ਤਾਂ ਘੱਟ ਨਹੀਂ ਹੈ, ਇੰਡੀਆ ਬਹੁਤ ਵੱਡੀ ਤਰੱਕੀ ਕਰ ਚੁੱਕਾ ਹੈ। ਪਰ ਉਹ ਇਹ ਨਹੀਂ ਕਿ ਭਾਜਪਾ ਰਾਜ ਕਰ ਰਹੀ ਹੈ ਤਾਂ, ਇਹ ਤਾਂ ਕੁਦਰਤੀ ਕੁਝ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੁੰਦੇ ਨੇ ਪੁਰਾਣੀਆਂ ਸਰਕਾਰਾਂ ਨੇ ਵੀ ਲੀਕੇ ਹੁੰਦੇ ਨੇ, ਅਤੇ ਉਹਦਾ ਹੀ ਜਿਵੇਂ ਹੁਣ ਆਪਾਂ ਵੇਖ ਲਈਏ ਕਿ ਅੱਜ ਤੋਂ ਕਿੰਨੇ ਵਰ੍ਹੇ ਪਹਿਲਾਂ ਅਸੀਂ NRI ਇੱਕ ਮੀਟਿੰਗ ਦੇ ਵਿੱਚ ਗਏ ਸੀ, ਅਤੇ ਉੱਥੇ ਜਿਹੜੇ ਆ ਪੁਲ ਬਣੇ ਹੋਏ ਨੇ ਤੁਹਾਡੇ, ਜਾਂ ਜਿਹੜੇ ਵੱਡੇ ਵੱਡੇ ਹਾਈਵੇ ਬਣੇ ਹੋਏ ਨੇ, ਅੱਜ ਦੀ ਥੋੜ੍ਹੀ ਕੋਈ ਪਲੈਨਿੰਗ ਹੈ, ਇਹ ਬੜੇ ਸਮੇਂ ਦੀ ਪਹਿਲਾਂ ਦੀ ਪਲੈਨਿੰਗ ਹੈ। ਅਤੇ ਹੌਲੀ ਹੌਲੀ ਉਹ ਜਿਹੜੀ ਹੈ ਉਹ ਪੂਰੇ ਹੋ ਰਹੇ ਤੇ ਤਰੱਕੀ ਹੋਣੀ ਹੈ। ਹਾਂਜੀ, ਪਹਿਲਾਂ ਸੜਕਾਂ ਟੁੱਟੀਆਂ ਹੁੰਦੀਆਂ ਸੀ, ਹੁਣ ਸੜਕਾਂ ਮਤਲਬ ਐ ਮਿਲਦੀਆਂ ਜਾਂਦੀਆਂ ਨੇ। ਜੇ ਅਸੀਂ ਚੰਡੀਗੜ੍ਹ ਜਾਣਾ ਹੋਵੇ ਤਾਂ ਉੱਡਦੇ ਜਾਈਦਾ, ਪਹਿਲਾਂ 7-8 ਘੰਟੇ ਲੱਗ ਜਾਂਦੇ ਸੀ। ਹਾਂਜੀ, ਹੁਣ 8 ਘੰਟਿਆਂ ਜੀ ਅਗਲੇ ਦਿੱਲੀ ਲਾ ਦਿੰਦੇ ਨੇ, 6 ਘੰਟਿਆਂ 7 ਦੇ ਵਿੱਚ। ਇੰਨੇ ਵਧੀਆ ਸੜਕਾਂ ਨੇ, ਹਾਈਵੇ ਨੇ। ਇਹ ਠੀਕ ਹੈ ਕਿ ਟੋਲ ਲੱਗਾ ਹੋਇਆ, ਪਰ ਹੋਰ ਵੀ ਖੇਤਰਾਂ ਦੇ ਵਿੱਚ ਤਰੱਕੀ ਕਾਫੀ ਜੇ ਕੀਤੀ ਹੈ, ਤੇ ਉਹ ਕੋਈ ਤਸਵੀਰ ਦਾ ਦੂਜਾ ਪਾਸਾ ਸਾਨੂੰ ਵੇਖਣਾ ਪਊਗਾ। ਅੱਛਾ, ਜਿਹੜਾ ਆਪਾਂ ਇੱਕ ਹੋਰ ਸਵਾਲ ਆ ਰਾਸ਼ਟਰੀ ਪੱਧਰ ਦਾ ਹੀ ਹੈ। ਰਸ਼ੀਅਨ ਪ੍ਰਧਾਨ ਮੰਤਰੀ ਉਹਨਾਂ ਦਾ ਬਿਆਨ ਹੈ, ਉਹ ਦਾਅਵਾ ਹੈ ਕਿ ਦੇਸ਼ ਪੁੱਤਨ ਦੇ ਨਾਲ ਹੈ। ਇਹ 'ਤੇ ਕੀ ਕਹਿਣਾ ਚਾਹੋਗੇ ਤੁਸੀਂ? ਹੈ ਕੋਈ ਤੁਹਾਡਾ ਨਜ਼ਰੀਆ ਤੇ ਕੀ ਕਹਿਣਾ ਚਾਹੋਗੇ? ਹਾਂਜੀ, ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜਿਹੜਾ ਉਹ ਤੁਸੀਂ ਕਹਿੰਦੇ ਹੋ ਨਾ ਬਾਰਕੋਡ, ਉਹਨੂੰ ਅਸੀਂ ਇੱਥੇ ਕਹਿੰਦੇ UPI ਲੈਣ ਦੇਣ। ਅੱਛਾ ਜੀ, ਤਾਂ UPI ਟੋਟਲੀ ਫ੍ਰੀ ਆਫ ਕਾਸਟ ਹੈ। ਅੱਛਾ ਜੀ, ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੁੰਦਾ। ਅੱਛਾ, ਉਹ ਹਾਂਜੀ, ਸਰਕਾਰ ਉਹਦੇ ਤੇ ਮਿਲੀਅਨਸ ਖਰਚ ਕਰਦੀ ਹੈ ਇੱਕ ਸਾਲ ਦੀ। ਉਹ ਇੱਕ ਐਸਾ ਸਿਸਟਮ ਹੈ ਜਿਹੜਾ ਪੂਰੀ ਦੁਨੀਆ 'ਚ ਮਤਲਬ ਕਿ ਮਿਸਾਲੀ ਸਿਸਟਮ ਹੈ। ਮਿਸਾਲੀ ਸਿਸਟਮ ਵੇਖੋ, ਤਰੱਕੀ ਆ। ਹਾਂਜੀ, ਤਾਂ ਉਹਦੇ 'ਚ ਕੋਈ ਵੀ ਗਾਹਕ ਨੂੰ ਲੈਣ ਦੇਣ ਨੂੰ, ਅਸੀਂ ਤੇ ਇੱਥੇ 50-50 ਹਜ਼ਾਰ ਲੱਖ ਰੁਪਏ ਦੀ ਟ੍ਰਾਂਜੈਕਸ਼ਨ ਕਰ ਦਿੰਦੇ ਆ। ਪਿੱਛੇ ਜੇ ਆਇਆ ਸੀਗਾ, ਪਰ ਉਹਨਾਂ ਨੇ ਕਿਹਾ ਕਿ ਨਹੀਂ, ਮਤਲਬ ਕਿ ਹਾਲ ਦੀ ਘੜੀ ਅਸੀਂ ਇਹਦੇ ਤੇ ਕੋਈ ਚਾਰਜ ਨਹੀਂ ਲਾਵਾਂਗੇ। ਉਹ ਕੁਝ ਕੰਪਨੀਆਂ ਦਾ ਜਿਹੜਾ ਅੰਦਰੂਨੀ ਲੈਣ ਦੇਣ ਹੁੰਦਾ, ਉਹਦੇ ਤੇ ਜ਼ਰੂਰ ਉਹਨਾਂ ਨੇ ਕੁਝ % ਜਿਹੜਾ ਉਹ ਚਾਰਜ ਲਾਇਆ ਸੀਗਾ। ਜਿਹੜੀ ਗੱਲ ਉੱਥੇ ਦੇ ਮਾਮਲੇ ਦੀ ਆ, ਵੈਸੇ ਦੇਖੋ ਮੈਂ ਹੁਣ ਉੱਥੇ ਨਾ ਕੁਝ ਰਸ਼ੀਅਨ ਮੀਡੀਆ ਦੀਆਂ ਰਿਪੋਰਟਾਂ ਦੇਖ ਰਿਹਾ ਸੀਗਾ, ਫੋਲਾਫਾਲੀ ਦੇਖ ਰਿਹਾ ਸੀਗਾ, ਤਾਂ ਉਹਦੇ ਵਿੱਚ ਤੇ ਬੜੇ ਹੈਰਾਨ ਕਰਨ ਵਾਲੇ, ਇੱਕ ਤਾਂ ਕੁਝ ਪ੍ਰਤੀਕਰਮ ਬੜੇ ਦਿਲਚਸਪ ਨੇ, ਕੁਝ ਉਹਨਾਂ ਦੇ ਜਿੱਦਾਂ ਲਾ ਲਓ ਕਿ ਐਡੀਟਰ ਵਗੈਰਾ ਨੇ, ਜਿਹੜੇ ਉਹਨਾਂ ਦੇ ਪੱਤਰਕਾਰ ਜਾਂ ਜਿਹੜੇ ਪੋਲੀਟੀਕਲ ਐਕਸਪਰਟ ਨੇ, ਬਹੁਤ ਕੁਝ ਕਹਿ ਰਹੇ ਨੇ। ਕਹਿਣ ਦਾ ਮਤਲਬ ਇਹ ਆ ਕਿ ਪੁਤਿਨ ਨੂੰ ਇੱਕ ਬਹੁਤ ਵੱਡੀ ਚੁਣੌਤੀ ਦਰਪੇਸ਼ ਹੋਈ ਆ। ਇਹ ਤੇ ਅਲਟੀਮੇਟਲੀ ਆਪਾਂ ਮੰਨ ਕੇ ਚੱਲੀਏ ਕਿ ਹੋਇਆ, ਪੁਤਿਨ ਨੂੰ ਸਿੱਧਾ ਚੈਲੰਜ ਹੋਇਆ। ਦੂਜੀ ਗੱਲ ਹੈ ਕਿ ਚੈਲੰਜ ਦੇਣ ਵਾਲਾ ਕੌਣ ਹੈ? ਜਿਸਨੂੰ ਉਸਨੇ ਪਾਵਰਫੁਲ ਆਪ ਬਣਾਇਆ, ਜਿਹੜਾ ਕਿਸੇ ਸਮੇਂ ਚੋਰ ਉਚੱਕਾ ਜਿਹਾ ਸੀ, ਪ੍ਰਿਗੋਜ਼ਿਨ। ਸਜ਼ਾ ਹੋਈ, ਬਾਅਦ ਦੇ ਵਿੱਚ ਜਦੋਂ ਰਸ਼ੀਆ ਟੁੱਟਿਆ ਤੇ ਉਹਨੂੰ ਮਾਫੀ ਮਿਲ ਗਈ। ਫਿਰ ਉਹਨੇ ਰੈਸਟੋਰੈਂਟ ਸ਼ੁਰੂ ਕੀਤਾ, ਹੌਟ ਡੌਗ ਦੀ ਰੇਹੜੀ ਲਾਉਂਦਾ ਸੀ ਪਹਿਲਾਂ, ਤੇ ਫਿਰ ਪੁਤਿਨ ਉਹਦਾ ਮੁਰੀਦ ਹੋ ਗਿਆ ਖਾਣੇ ਦਾ। ਉੱਥੇ ਆਪਣੇ ਮਹਿਮਾਨ ਲਿਜਾਣੇ ਸ਼ੁਰੂ ਕੀਤੇ, ਮੁੜ ਕੇ ਉਹਨੂੰ ਆਪਣਾ ਖਾਨਸਾਮਾ ਬਣਾ ਲਿਆ, ਤੇ ਮੁੜ ਕੇ ਉਹਨੂੰ ਵੈਗਨਰ ਗਰੁੱਪ ਦਾ ਕਮਾਂਡਰ ਬਣਾ ਦਿੱਤਾ। ਤੇ ਉਹਨੇ ਹੀ ਆਖਿਆ ਕਿ ਐਸੀ ਕੀਤਾ ਸੀ। ਹੁਣ ਦੇਖੋ, ਇਹ ਪਤਾ ਨਹੀਂ ਹੈ ਕਿ ਕੀ ਚਾਲ ਹੈ, ਚਾਲਾਂ ਵੀ ਹੁੰਦੀਆਂ ਨੇ ਕਈ ਵਾਰ, ਪਰ ਇਹ ਜੋ ਉੱਥੇ ਬਗਾਵਤ ਵੇਖਣ ਨੂੰ ਮਿਲੀ ਹੈ, ਜਾਂ ਕਹਿ ਲਓ ਤਖਤਾ ਪਲਟ ਯਤਨ ਜਿਹੜਾ ਉਹਦੇ ਵਜੋਂ ਵੀ ਲਿਆ ਜਾ ਰਿਹਾ ਹੈ। ਬਹੁਤ ਸਾਰੇ ਮੀਡੀਆ ਆਊਟਲੈਟ ਇਸ ਨੂੰ ਤਖਤਾ ਪਲਟ ਦਾ ਹੀ ਕਹਿੰਦੇ ਆ ਕਿ ਯਤਨ ਸੀ, ਪਰ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਸੀਗਾ। ਉਹਨਾਂ ਦੇ ਕੋਲ ਲੈ ਦੇ ਕੇ ਕੋਈ 10-20 ਹਜ਼ਾਰ ਲੜਾਕੇ ਸੀਗੇ। ਪਰ ਇਹ ਆ ਕਿ ਕੁਝ ਮਤਲਬ ਕਿ ਚਿੰਤਾ ਇਸ ਪੱਖ ਤੋਂ ਹੁੰਦੀ ਹੈ ਕਿ ਇੰਨੇ ਨਿਊਕਲੀਅਰ ਵੈਪਨ, 6000 ਦੇ ਕਰੀਬ ਨਿਊਕਲੀਅਰ ਵੈਪਨ ਨੇ ਇਹਨਾਂ ਦੇ ਕੋਲ, ਰਸ਼ੀਆ ਕੋਲ। ਤਾਂ ਮੰਨ ਲਓ ਜੇ ਕੱਲ ਨੂੰ ਕੋਈ ਉਤਾਂ ਹੇਠਾਂ ਹੋ ਜਾਂਦਾ ਕੰਮ, ਇਹ ਬਹੁਤ ਵੱਡਾ ਮਸਲਾ ਬਣ ਜਾਏਗਾ ਦੁਨੀਆ ਵਾਸਤੇ। ਤੇ ਇੰਡੀਆ ਵਾਸਤੇ ਵੀ ਚਿੰਤਾ ਦਾ ਵਿਸ਼ਾ ਸੀਗਾ ਕਿ ਜੇ ਉੱਥੇ ਮੰਨ ਲਓ ਇੰਟਰਨਲੀ ਕੋਈ ਉੱਥੇ ਕੁਝ ਇਸ ਤਰ੍ਹਾਂ ਦਾ ਕੰਮ ਸ਼ੁਰੂ ਹੋ ਜਾਂਦਾ, ਤਾਂ ਇੰਡੀਆ ਵਾਸਤੇ ਵੀ ਨੁਕਸਾਨ ਇਸ ਗੱਲੋਂ, ਕਿਉਂਕਿ ਇੰਡੀਆ ਅੱਜ
ਜੇ ਗਲੋਬਲੀ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਇਸ ਸੰਕਟ ਦੇ ਦਰਮਿਆਨ ਜਦੋਂ ਯੂਰਪ ਰਗੜਿਆ ਪਿਆ, ਜਦੋਂ ਜਰਮਨ ਦੇ ਵਿੱਚ ਰਿਸੈਸ਼ਨ ਆਇਆ ਪਿਆ, ਜਦੋਂ ਤੁਹਾਡੇ ਵੀ ਇੱਥੇ ਕਿੰਨਾ ਇਨਫਲੇਸ਼ਨ ਸੀਗਾ ਪਿਛਲੇ ਸਮੇਂ ਦੇ ਦੌਰਾਨ, ਹੁਣ ਚਲੋ ਥੋੜਾ ਮੇਰੇ ਖਿਆਲ ਨਾਲ ਘੱਟ ਹੋਇਆ। ਤਾਂ ਕਹਿਣ ਦਾ ਭਾਵ ਇਹ ਆ ਕਿ ਉਸ ਸਮੇਂ 'ਚ ਇੰਡੀਆ ਇੱਕ ਫਿਰ ਵੀ ਉੱਭਰਵੀਂ ਇਕਨੋਮੀ ਬਣ ਕੇ ਸਭ ਤੋਂ ਤੇਜ਼ ਗਰੋਇੰਗ ਮਤਲਬ ਕਿ ਬਣ ਕੇ ਚੱਲ ਰਿਹਾ, ਤਾਂ ਉਹਦੇ ਵਿੱਚ ਰਸ਼ੀਆ ਦਾ ਬਹੁਤ ਵੱਡਾ ਰੋਲ ਹੈ। ਤੇਲ ਦਾ, ਤੇਲ ਅਸੀਂ ਮਤਲਬ ਕਿ ਆਪ ਹੀ ਨਹੀਂ ਇੱਥੇ ਬਾਲ ਰਹੇ, ਬਲਕਿ ਅਸੀਂ ਤੇ ਯੂਰਪ ਨੂੰ ਵੇਚ ਵੀ ਰਹੇ ਹਾਂ। ਇਹ ਇੱਕ ਕਮਾਲ ਦੀ ਸਟ੍ਰੈਟਜੀ ਸੀ ਇਹਨਾਂ ਦੀ, ਯੂਰਪ ਨੂੰ ਤੇਲ ਵੇਚ ਰਿਹਾ ਇੰਡੀਆ। ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੇ ਕੋਲ ਰਿਫਾਈਨਰੀ ਸਿਸਟਮ ਤਗੜਾ ਹੈਗਾ ਸੀ। ਤਾਂ ਖੈਰ ਹੁਣ ਇਹ ਉੱਥੇ ਜਿਹੜੀਆਂ ਹੋਰ ਤੁਸੀਂ ਦੇਖੋ ਕਿ ਅੱਜ ਇੱਕ ਹਿੰਦੀ ਨਿਊਜ਼ ਆਊਟਲੈਟ ਨੇ ਵੀ ਇਹਦੇ ਤੇ ਕਾਫੀ ਵਿਸਥਾਰ ਨਾਲ ਕਵਰ ਕੀਤਾ, ਇਸ ਨੂੰ ਕਵਰੇਜ ਕੀਤੀ ਆ। ਤਾਂ ਉਹ ਕਹਿੰਦੇ ਨੇ ਕਿ ਪੁਤਿਨ ਦਾ ਇੱਕ ਰਿਕਾਰਡਡ ਮੈਸੇਜ ਆਇਆ, ਉਸ ਤੋਂ ਬਾਅਦ ਦੂਸਰਾ, ਪਰ ਪੁਤਿਨ ਦਾ ਹਾਲੇ ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਹੈ। ਬਿਲਕੁਲ ਕੁਛ ਮਤਲਬ ਕਿ ਇਹ ਵੀ ਖਬਰਾਂ ਨੇ ਕਿ ਜਿਹੜਾ ਜਹਾਜ਼ ਸੀਗਾ, ਕੁਝ ਲੋਕਾਂ ਨੇ ਫਲਾਈਟ ਰਡਾਰ ਪਲੇਨ ਟਰੈਕਿੰਗ ਜਿਹੜੀ ਹੁੰਦੀ ਹੈ ਉਹਦੇ ਹਵਾਲੇ ਨਾਲ ਦੱਸਿਆ ਕਿ ਉਹ ਜਿਹੜਾ ਜਹਾਜ਼ ਸੀਗਾ ਮਾਸਕੋ ਤੋਂ ਸ਼ਨੀਵਾਰ ਉੜਿਆ, ਪਰ ਉਸ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਮਿਲ ਰਹੀ। BBC ਨੇ ਵੀ ਦੱਸਿਆ ਕਿ ਪੁਤਿਨ ਦੇ ਵਿਮਾਨ ਦਾ ਜਿਹੜਾ ਜਹਾਜ਼ ਦਾ ਜਿਹੜਾ ਰਡਾਰ ਸੀ ਸੈਂਟ ਪੀਟਰਸਬਰਗ ਦੇ ਲਈ ਜਦੋਂ ਉਹਨੇ ਫਲਾਈ ਕੀਤਾ ਤਾਂ ਉਦੋਂ ਟਰੈਕ ਕੀਤਾ ਗਿਆ, ਪਰ ਟਵਰ ਸ਼ਹਿਰ ਤੋਂ ਉਹ ਗਾਇਬ ਹੈ। ਮਤਲਬ ਕਿ ਪੁਤਿਨ ਵੀ ਹਾਲੇ ਖੁੱਲ ਕੇ ਸਾਹਮਣੇ ਨਹੀਂ ਆ ਰਿਹਾ। ਹਾਲਾਂਕਿ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਪੁਤਿਨ ਦੇ ਨਾਲ ਦੇਸ਼ ਹੈ। ਉਹਨਾਂ ਦੇ ਡਿਫੈਂਸ ਮਿਨਿਸਟਰ ਜਿਹਦੇ ਤੇ ਖਾਸਾ ਗੁੱਸਾ ਸੀਗਾ ਪ੍ਰਿਗੋਜ਼ਿਨ ਦਾ, ਉਹ ਜ਼ਰੂਰ ਦਿਖਾਈ ਦਿੱਤੇ ਆ। ਤਾਂ ਉੱਥੇ ਹੁਣ ਬਾਕੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਇਹ ਤਾਂ ਕਹਿਣਾ ਬਹੁਤ ਔਖਾ ਹੈ, ਪਰ ਕਾਫੀ ਕੁਝ ਜਿਹੜਾ ਪੁਤਿਨ ਦਾ ਕੁਝ ਘੰਟਿਆਂ ਦੇ ਅੰਦਰ ਕਹਿ ਲੋ ਕਿ ਵਿਗੜਿਆ। ਕੀ ਹੈ ਜਾਣ ਕੇ ਆ ਕੀ ਹਿਸਾਬ ਕਿਤਾਬ ਹੈ, ਕਿਉਂਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਹੈ ਤਾਂ ਉਹਦਾ ਵਫਾਦਾਰ ਹੀ ਸੀ ਨਾ ਕਿਸੇ ਸਮੇਂ ਦਾ, ਪਤਾ ਨਹੀਂ ਕੀ ਕਹਾਣੀ ਆ ਕੀ ਨਹੀਂ, ਪਰ ਪੁਤਿਨ ਦਾ ਨੁਕਸਾਨ ਜ਼ਰੂਰ ਹੋਇਆ। ਛਵੀ ਤਾਂ ਜ਼ਰੂਰ ਕਿਤੇ ਨਾ ਕਿਤੇ, ਨਾਟੂ ਵਾਲੇ ਤਾਂ ਖੁਸ਼ ਹੁੰਦੇ ਨੇ, ਨਾਟੂ ਨਾਟੂ ਗਾਣਾ ਲਾ ਕੇ ਨੱਚ ਰਹੇ ਹੋਣੇ नाटू नाटू क्योंकि पिक्चर ही होते हैं ना। एनीवे हम भी अगर बच्चे होते नाम हमारा होता बबलू छबलू, खान को मिलते लड्डू और दुनिया कहती हैप्पी बर्थडे टू यू। भाई जेल दे विचों बर्थडे दियां पार्टी दियां तस्वीरां आ रही ने सामने। चलो कोई बंदा जिथे उन्हें याद आ ਉਹਦੇ ਸਾਥੀ ਜੇਕਰ ਮਨਾ ਲੈਂਦੇ ਨੇ ਤੇ ਕੋਈ ਵੱਡੀ ਗੱਲ ਨਹੀਂ, ਪਰ ਕੀ ਹੈ ਮਾਮਲਾ, ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ, ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਮਤਲਬ ਕਿ ਵੀਡੀਓ ਕਾਲਿੰਗ ਹੋਈ ਆ, ਉਹ ਫੰਕਸ਼ਨ ਕਰ ਰਹੇ ਨੇ। ਮਤਲਬ ਕਿ ਪੂਰਾ ਜੇਲ੍ਹ ਦੇ ਵਿੱਚ ਧਮੱਚੜ ਪਿਆ ਹੋਇਆ, ਕੁਛ ਲੋਕ ਬਾਹਰੋਂ ਵੀ ਸ਼ਾਇਦ ਸਕਰੀਨ ਤੇ ਜੁੜੇ, ਮਤਲਬ ਕਿ ਜਿਸ ਤਰ੍ਹਾਂ ਵੀਡੀਓ ਕਾਲ ਹੋ ਜਾਂਦੀ ਹੈ ਜਿਹਨੂੰ। ਤਾਂ ਫਿਰ ਉਹ ਜਦੋਂ ਹੁਣ ਤਸਵੀਰਾਂ ਜਾਂ ਵਿਜ਼ੂਅਲ ਜਿਹੜੇ ਉਹ ਵਾਇਰਲ ਹੋਏ ਤੇ ਇਹਨਾਂ ਦੇ ਭਾਦੀਆਂ ਬਣ ਗਿਆ। ਫਿਰੋਜ਼ਪੁਰ ਦਾ ਮਾਮਲਾ ਨਿਕਲਿਆ, ਫਿਰੋਜ਼ਪੁਰ ਸੈਂਟਰਲ ਜੇਲ੍ਹ ਦਾ, ਕਿ ਉਹਦੇ ਵਿੱਚ ਇਹ ਮੋਬਾਈਲ ਯੂਜ਼ ਹੋਇਆ। ਹਾਲਾਂਕਿ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਉਹ ਮੋਬਾਈਲ ਫੜ ਲਿਆ, ਪਰ ਇਹ ਦੇਖੋ ਹੁਣ ਕਿੱਡੀ ਕਮਾਲ ਦੀ ਗੱਲ ਹੈ ਕਿ ਮੋਬਾਈਲ ਸਿਰਫ ਜਾ ਹੀ ਨਹੀਂ ਰਹੇ ਬਲਕਿ ਵਰਤੇ ਜਾ ਰਹੇ ਆ। ਤੇ ਜਿਹੜੇ ਬਲਾਕ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ, ਅਸੀਂ ਤੇ ਹੁਣ ਉੱਥੇ ਜ਼ਿੰਦਗੀ ਦਾ ਹਿੱਸਾ ਕੱਟਿਆ, ਤੇ ਗੱਲ ਇਹ ਹੈ ਕਿ ਵੀ ਉਹਨਾਂ ਬਲਾਕਾਂ ਦੇ ਵਿੱਚ ਬੈਰਕ 'ਚ ਖੁੱਲੀ ਪਾਰਟੀ ਤੇ ਖੁੱਲੀ ਸਟ੍ਰੀਮਿੰਗ ਇੱਕ ਕਮਾਲ ਦੀ ਗੱਲ। ਪਹਿਲਾਂ ਨਹੀਂ ਸੀ ਹੁੰਦੇ ਸੀ, ਮੋਬਾਈਲ ਯੂਜ਼ ਹੁੰਦੇ ਸੀਗੇ, ਪਰ ਬਚ ਬਚਾ ਕੇ ਰਾਤ ਨੂੰ ਕਿਤੇ ਤੇ ਉਹ ਇਸਤੇਮਾਲ ਕਰਦੇ ਸਨ। ਪਰ ਆ ਤਾਂ ਹੁਣ ਮੈਂ ਪੜ੍ਹ ਸੁਣ ਕੇ ਹੈਰਾਨ ਰਹਿ ਗਿਆ, ਕਿਉਂਕਿ ਲੰਮਾ ਸਮਾਂ ਸੀ ਉੱਥੇ ਬਤਾਇਆ, ਇਹ ਇੰਨਾ ਕੰਮ ਖੁੱਲ ਕੇ ਨਹੀਂ ਸੀ ਹੁੰਦਾ। ਸਭ ਤੋਂ ਵੱਡਾ ਸਵਾਲ ਇਹ ਹੋਆ ਕਿ ਮੋਬਾਈਲ ਜਾਂਦੇ ਕਿਸ ਤਰ੍ਹਾਂ ਨੇ, ਜੇ ਜਾਂਦੇ ਨੇ ਤੇ ਖੁੱਲੇ ਰੂਪ ਦੇ ਵਿੱਚ ਉੱਥੇ ਯੂਜ਼ ਕਿਸ ਤਰ੍ਹਾਂ ਹੋ ਰਹੇ ਨੇ। ਪਾਰਟੀ ਹੋ ਰਹੀ ਆ, ਅੱਛਾ ਪਾਰਟੀ ਉਹਨਾਂ ਨੇ ਕੀਤੀ ਹੋਏਗੀ, ਧਮੱਚੜ ਪਿਆ ਹੋਏਗਾ, ਲਾਗੇ ਬੰਨੇ ਕਿਸੇ ਨੇ ਵੀ ਨਹੀਂ ਵੇਖਿਆ। ਕਮਾਲ ਦੀਆਂ ਗੱਲਾਂ ਨੇ, ਬਿਲਕੁਲ ਜੀ ਕਮਾਲ ਦੀਆਂ ਗੱਲਾਂ ਨੇ। ਤੇ ਪਰ ਇੱਥੇ ਤਾਂ ਹੁਣ ਇੰਟਰਵਿਊ ਤੱਕ ਹੋ ਜਾਂਦੀ ਹੈ ਜੇਲ੍ਹਾਂ ਦੇ ਵਿੱਚੋਂ, ਕੀ ਕਹਿ ਸਕਦੇ ਆ। ਇਹਦੇ ਤੇ ਇਹਨਾਂ ਨੇ ਤਫਤੀਸ਼ ਜ਼ਰੂਰ ਸ਼ੁਰੂ ਕੀਤੀ ਹੈ, ਪਰ ਜੇਲ੍ਹਾਂ ਦੀ ਪੋਲ ਪੱਟੀ ਇੱਕ ਵਾਰੀ ਫੇਰ ਖੁੱਲੀ ਹੈ। ਹੁਣ ਜੇਲ੍ਹ ਮੰਤਰੀ ਦਾ ਬਿਆਨ ਆਊਗਾ, ਹਮ ਅੰਗਰੇਜ਼ੋਂ ਕੇ ਜ਼ਮਾਨੇ ਕੇ ਜੇਲ ਰਹੇ ਹੈ। ਤੇ ਜੇਲਰ ਤੇ ਹੈਗੇ ਹੀ ਆਪਣੇ ਮਾਨ ਸਾਹਿਬ ਨੇ। ਠੀਕ ਹੈ, ਵਿਰੋਧੀ ਦਾ ਬਿਆਨ ਐਸਜੀਪੀਸੀ ਤੇ ਆਏਗਾ, ਉਹਨਾਂ ਦਾ ਬਿਆਨ ਇਹਨਾਂ ਚੀਜ਼ਾਂ ਤੇ ਨਹੀਂ ਆਉਂਦਾ। ਨਹੀਂ ਉੱਥੇ ਵੇਲ ਹੀ ਨਹੀਂ ਆਪਾਂ ਨੂੰ ਬਸ। ਹੁਣ ਤੇ ਵਿਰੋਧੀ ਧਿਰ ਨੇ ਐਮਐਸਪੀ ਤੇ ਸਰਕਾਰ ਨੂੰ ਘੇਰਿਆ। ਵਾਈਂਡ ਅਪ ਕਰਾਂਗੇ।
ਹਾਂਜੀ ਦੇਖੋ, ਇਹ ਐਮਐਸਪੀ ਦਾ ਮਸਲਾ ਹੈ। ਮੂੰਗੀ ਵਗੈਰਾ ਜਿਹੜੀ ਆ ਉਹ ਰੇਟ ਤੋਂ ਘੱਟ ਵਿਕ ਰਹੀ ਆ। ਤਾਂ ਹੁਣ ਪ੍ਰਤਾਪ ਸਿੰਘ ਬਾਜਵਾ, ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦੇ ਆਪਣੇ ਰਾਜ ਦੇ ਵਿੱਚ ਵੀ ਇਹੋ ਹਾਲ ਸੀ, ਉਹ ਹਾਲ ਦਵਾਈ ਪਾ ਰਹੇ ਆ। ਪਰ ਇਹਨਾਂ ਨੇ ਤੇ ਵੱਡੇ ਵੱਡੇ ਦਾਅਵੇ ਕੀਤੇ ਸੀ। ਇਹਨਾਂ ਦੀ ਤੇ ਗਵੰਤਰੀ ਬੀਬੀ ਹੈ ਜਿਹੜੀ ਬਾਅਦ ਚ ਮੰਤਰੀ ਵੀ ਬਣ ਗਈ, ਤੇ ਉਹ ਤੇ ਕਹਿੰਦੀ ਸੀਗੀ ਕਿ 5 ਮਿੰਟਾਂ ਚ ਅਸੀਂ ਐਮਐਸਪੀ ਦੇ ਦੇਣਾ। ਚੁਟਕੀ। ਉਹ ਪਤਾ ਨਹੀਂ ਕਿਹੜੀ ਦੁਨੀਆ ਚ ਰਹਿਣ ਵਾਲੀ ਹੈ ਬੀਬੀ, ਹੁਣ ਪਤਾ ਨਹੀਂ ਕਿੱਥੇ ਰਹਿੰਦੀ ਹੈ ਅੱਜ ਕੱਲ। ਚੁੱਪ ਚੁੱਪ ਰਹਿਣੀ ਹੈ, ਜ਼ਰੂਰ ਕੋਈ ਬਾਤ ਹੈ। ਗੱਲ ਇਹ ਕਿ ਹੁਣ ਬੀਬੀ ਚੁੱਪ ਹੀ ਰਹਿਣ ਲੱਗ ਪਈ ਆ। ਤੇ ਦਰਅਸਲ ਕੀ ਹੈ ਕਿ ਮੂੰਗੀ ਨੂੰ ਪ੍ਰਮੋਟ ਕੀਤਾ ਸੀ ਇਹਨਾਂ ਨੇ, ਕਿਸਾਨਾਂ ਨੂੰ ਇਹਨਾਂ ਨੇ ਬਹੁਤ ਪ੍ਰੇਰਨਾ ਦਿੱਤੀ ਸੀਗੀ ਕਿ ਆਪਾਂ ਡਾਈਵਰਸਿਫਿਕੇਸ਼ਨ ਵਾਸਤੇ ਇਧਰ ਨੂੰ ਵਧੀਏ ਥੋੜਾ, ਚਲੋ ਝੋਨੇ ਤੋਂ ਪਹਿਲਾਂ ਇਧਰ ਨੂੰ ਆਓ, ਫਿਰ ਹੋ ਸਕਦਾ ਕਿ ਬਾਸਮਤੀ ਦਾ ਰਕਬਾ ਵੱਧ ਜਾਵੇ, ਉਹਦੇ ਨਾਲ ਪਾਣੀ ਦੀ ਖਪਤ ਘਟੇਗੀ ਵਗੈਰਾ ਵਗੈਰਾ, ਮਤਲਬ ਕਿ ਸਬਜ਼ ਬਾਗ ਸਨ ਸਾਰੇ। ਤਾਂ ਹੋਇਆ ਕੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਐਤਕੀ ਕਾਸ਼ਤ ਘੱਟ ਹੋਈ ਹੈ। ਉਹਦਾ ਕਾਰਨ ਇਹ ਸੀ ਕਿ ਪਿਛਲੇ ਸਾਲ ਵੀ ਆਈਓ ਰਟਾ ਰਿਹਾ, ਹੁਣ ਵੀ ਐਤਕੀ ਵੀ ਹੈ, ਤੇ ਅਗਲੇ ਸਾਲ ਕਿਸੇ ਨੇ ਬੀਜਣੀ ਨਹੀਂ। ਅੱਜ ਤਰ੍ਹਾਂ ਹੁਣ ਨਰਮਾ ਛੱਡੀ ਜਾਂਦੇ, ਕਿਉਂਕਿ ਨਰਮਾ ਬਰਬਾਦ ਹੋ ਜਾਂਦਾ, ਕੋਈ ਪੁੱਛਦਾ ਹੀ ਨਹੀਂ ਹੈ। ਗਲਤ ਸਪਰੇਵਾਂ, ਫਰਜ਼ੀ ਜਿਹੜੀਆਂ ਕੰਪਨੀਆਂ ਨੇ ਉਹ ਨਕਲੀ ਬੀਜ ਦਿੱਤੀ ਜਾਂਦੀਆਂ ਨੇ। ਹੁਣ ਮਸਲਾ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ 33 ਜਥੇਬੰਦੀਆਂ ਦਾ ਇਕੱਠ ਵੀ ਹੈ ਉੱਥੇ ਮੋਹਾਲੀ ਦੇ ਵਿੱਚ। ਉਹ ਵੀ ਮੁੱਖ ਮੰਤਰੀ ਦੇ ਦਫ਼ਤਰ ਚ ਆ ਕੇ ਮੈਮੋਰੰਡਮ ਦੇਣਗੀਆਂ ਇਸ ਮੁਤਲਕ। ਤਾਂ ਇਹਨਾਂ ਨੂੰ ਹੁਣ ਵੇਖਣਾ ਚਾਹੀਦਾ। ਅੱਗੇ ਹਰਿਆਣੇ ਨੇ ਇਹ ਸਾਰਾ ਕੁਝ ਕੀਤਾ ਸੀਗਾ, ਉੱਥੇ ਸੂਰਜਮੁਖੀ ਐਮਐਸਪੀ ਤੋਂ ਘੱਟ ਵਿਕਿਆ, ਤਾਂ ਉਹਨਾਂ ਨੇ ਜੋ ਮਤਲਬ ਕਿ ਪਾੜਾ ਸੀਗਾ ਉਹ ਪੂਰਾ ਕੀਤਾ। ਹਾਲਾਂਕਿ ਉਹਦੇ ਵਾਸਤੇ ਕਿਸਾਨਾਂ ਨੂੰ ਖਾਸਾ ਉੱਥੇ ਤਸ਼ੱਦਦ ਚੱਲਣਾ ਪਿਆ। ਪਰ ਰੌਲਾ ਇਹ ਹੈ ਕਿ ਜਦੋਂ ਐਮਐਸਪੀ ਐਲਾਨ ਹੀ ਦਿੱਤਾ ਕਿਸੇ ਫਸਲ ਤੇ, ਉਹਦੇ ਤੋਂ ਘੱਟ ਵਿਕ ਰਹੀ ਹੈ, ਤੇ ਤੁਹਾਡੀ ਜ਼ਿੰਮੇਵਾਰੀ ਆ। ਜ਼ਿੰਮੇਵਾਰੀ ਤੋਂ ਨੱਸਣਾ ਫਿਰ ਚੰਗਾ ਨਹੀਂ ਹੁੰਦਾ। ਸੋ ਇਸ ਕਰਕੇ ਇਹਨਾਂ ਨੂੰ ਆਨੇ ਵਾਲੀ ਥਾਂ ਤੇ ਲਿਆਉਣ ਵਾਸਤੇ ਅੱਜ ਜਥੇਬੰਦੀਆਂ ਚੱਲੀਆਂ ਨੇ। ਉਹ ਕਹਿੰਦੇ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ, ਤੇ ਫਿਰ ਨਹੀਂ ਤਾਂ ਦੂਜੀ ਤਰ੍ਹਾਂ ਦੱਸਾਂਗੇ। ਇੱਕ ਵਾਰੀ ਤਾਂ ਦੁੱਖ ਹੀ ਦੱਸਾਂਗੇ, ਨਹੀਂ ਤਾਂ ਫਿਰ ਤੁਹਾਨੂੰ ਦੁੱਖ ਦੇਵਾਂਗੇ, ਹੋਰ ਕੀ ਹੈ। ਅਗਰ ਤੁਹਾਡਾ ਕੋਈ ਕੁਐਸਚਨ ਹੈ 9058131320 905-813-1320। ਇਸ ਤੋਂ ਪਹਿਲਾਂ ਕਿ ਅਸੀਂ ਵਾਈਡ ਅਪ ਕਰੀਏ, NHAI ਨੇ ਪੰਜਾਬ ਦੇ ਅਧਿਕਾਰੀਆਂ ਨੂੰ ਰਾਹਤ ਦੇਣ ਤੋਂ ਇਨਕਾਰ ਸਿਰ ਫੇਰ ਦਿੱਤਾ, ਨਾ ਕੀਤੀ ਹੈ। ਇੱਥੇ ਵੀ ਚਾਨਣਾ ਪਾ ਦਿਓ। ਹਾਂਜੀ ਦੇਖੋ, ਇਹ ਜਲ ਸਰੋਤ ਡਿਪਾਰਟਮੈਂਟ ਹੈ ਜਿਹੜਾ, ਇਹਨਾਂ ਨੇ ਲਿਖਿਆ ਸੀਗਾ, ਇਹ ਹੁੰਦੀ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਯਾਨੀ ਜਿਨ੍ਹਾਂ ਦੇ ਵੱਡੇ ਰਾਹ ਨੇ, ਤੇ ਜਿਹੜੇ ਇਹਨਾਂ ਤੇ ਟੋਲ ਪਲਾਜ਼ੇ ਨੇ, ਇਹਨਾਂ ਨੇ ਰਾਹਤ ਮੰਗੀ ਸੀਗੀ ਕਿ ਸਾਡੇ ਅਧਿਕਾਰੀ ਆਪਣੇ ਆਫੀਸ਼ੀਅਲੀ ਕੰਮਾਂ ਕਾਰਾਂ ਤੇ ਜਾਂਦੇ ਆ ਬਈ, ਤੇ ਇਸ ਕਰਕੇ ਡਿਪਟੀ ਕਲੈਕਟਰ ਹੁੰਦੇ ਨੇ ਜਿਹੜੇ, ਜਾਂ ਪਟਵਾਰੀ ਆ, ਜੇਈ ਆ, ਸਾਡੇ ਹੋਰ ਹੈਗੇ ਨੇ ਅਧਿਕਾਰੀ, ਤਾਂ ਉਹਨਾਂ ਨੂੰ ਤੁਸੀਂ ਲਾਂਘਾ ਟਾਪਾ ਫ੍ਰੀ ਕਰ ਦਿਓ। ਤੇ ਉਹਨਾਂ ਨੇ ਆਖਿਆ ਕਿ ਨਹੀਂ ਉਸਤਾਦ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਆਰਟੀਕਲ 11 ਦੇ ਤਹਿਤ ਜਿਨ੍ਹਾਂ ਨੂੰ ਵਿਸ਼ੇਸ਼ ਛੋਟਾਂ ਪ੍ਰਾਪਤ ਨੇ, ਇਹ ਬੰਦੇ ਉਹਨਾਂ ਦੇ ਵਿੱਚ, ਇਹ ਯਾਨੀ ਆਫੀਸਰ ਉਹਨਾਂ ਦੇ ਵਿੱਚ ਨਹੀਂ ਆਉਂਦੇ। ਸੋ ਕਿਰਪਾ ਕਰਕੇ ਤੁਸੀਂ ਭੁਗਤਾਨ ਕਰੋ ਤੇ ਨਜ਼ਾਰੇ ਲਵੋ, ਤੁਹਾਨੂੰ ਕੋਈ ਰਿਆਇਤ ਜਿਹੜੀ ਆ ਨਹੀਂ ਦਿੱਤੀ ਜਾਏਗੀ। ਤੇ ਇਹ ਪਿਛਲੇ ਦਿਨੀ ਸਾਡੇ ਇੱਥੇ ਪੰਜਾਬੀ ਮੀਡੀਆ ਦਾ ਇੱਕ ਹਿੱਸਾ ਜਿਹੜਾ ਅੱਜ ਕੱਲ ਕਹਿ ਲੋ ਕਿ ਐਸਾ ਬਣਿਆ ਪਿਆ ਜਿਹਦਾ ਮਜ਼ਾਕ ਵੀ ਬਹੁਤ ਉੱਡਦਾ, ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਬੜੇ ਤੰਜ਼ ਕੱਸਦੇ ਨੇ ਉਹਦੇ ਤੇ, ਤਾਂ ਉਹਨਾਂ ਨੇ ਇਹਨੂੰ ਬਹੁਤ ਪ੍ਰਚਾਰਿਆ ਸੀਗਾ ਕਿ ਦੇਖੋ ਜੀ ਪੰਜਾਬ ਸਰਕਾਰ ਨੇ ਟੋਲ ਫ੍ਰੀ ਕਰ ਦਿੱਤੇ ਅਧਿਕਾਰੀ। ਤੇ ਮੈਂ ਕਿਹਾ ਸੀਗਾ ਕਿ ਜਿਹੜੇ ਨੈਸ਼ਨਲ ਹਾਈਵੇ ਆ, ਕੀ ਭਗਵੰਤ ਮਾਨ ਨੇ ਆਪਣੇ ਘਰੋਂ ਬਣਾਏ ਨੇ? ਕਿਉਂਕਿ ਉਹਦੇ ਤੇ ਪੈਸਾ ਲੱਗਾ, ਕੰਪਨੀਆਂ ਦਾ ਐਗਰੀਮੈਂਟ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ। ਆਪਣੇ ਜਿਹੜੇ ਇਹਨਾਂ ਦੇ ਸਟੇਟ ਹਾਈਵੇ ਉਹਨਾਂ ਤੇ ਤਾਂ ਆਪਾਂ ਮੰਨ ਸਕਦੇ ਹਾਂ, ਜੋ ਇਹਨਾਂ ਦੇ ਅਧਿਕਾਰ ਖੇਤਰ ਚ ਨਹੀਂ ਹੈ ਉਹਨੂੰ ਕਿਵੇਂ ਇਹ ਕਰ ਸਕਦੇ ਆ? ਉਦੋਂ ਸਾਡੇ ਵਰਗੇ ਦੇਖੋ ਗੱਲ ਇਹ, ਨਗਾਰਖਾਨਿਆਂ ਚ ਤੂਤਨੀਆਂ ਦੀ ਕੌਣ ਸੁਣਦਾ ਆ? ਪਰ ਗੱਲ ਇਹ ਆ ਕਿ ਆ ਹੁਣ ਜਵਾਬ ਆ ਗਿਆ, ਚੁੱਪ ਕਰਕੇ ਬਹਿ ਜਾਣਗੇ ਜੀ। ਚਲੋ ਇਸ ਤਰ੍ਹਾਂ ਹੁੰਦਾ ਕਿ ਬਿਨਾਂ ਸੋਚੇ ਸਮਝੇ ਜੋ ਫੁੱਲਾਂ ਦੀਆਂ ਮਾਲਾ ਉਹਨਾਂ ਨੂੰ ਪੈਂਦੀਆਂ ਨੇ ਨਾ, ਉਹ ਉਹਨਾਂ ਨੂੰ ਪਤਾ ਹੈ, ਪਰ ਉਹ ਕਹਿੰਦੇ ਨੇ ਕਿ ਉਹ ਕਹਿੰਦੇ ਬੇਸ਼ਰਮ ਦੇ ਰੁੱਖ ਤੇ ਕਹਿੰਦੇ ਪਿੱਠ ਤੇ ਢੂਈ ਗਈ ਤੇ ਰੁੱਖ ਖਲੋਤਾ ਤੇ ਕਹਿੰਦਾ ਵੀ ਇਹ ਕੀ, ਕਹਿੰਦਾ ਛਾਵੇਂ ਬਵਾਂਗੇ। ਉਹ ਹਿਸਾਬ ਆ। ਪਰ ਨਗਾਰਖਾਨੇ ਤੂਤੀਆਂ ਜਿਹੜੀਆਂ ਨੇ, ਤੁਸੀਂ ਇਦਾਂ ਨਾ ਸੋਚੋ ਨਗਾਰਖਾਨੇ ਵਾਲੀ ਤੂਤੀਆਂ ਦੀ ਆਵਾਜ਼ ਉੱਥੇ ਪਹੁੰਚਦੀ ਹੈ ਤੁਹਾਡੀ, ਸਾਨੂੰ ਪੂਰਾ ਪਤਾ। ਜੀ ਜੀ, ਧੰਨਵਾਦ, ਥੈਂਕ ਯੂ, ਚੜ੍ਹਦੀ ਕਲਾ ਚ ਰਹੋ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।